ਸਤਿ ਸ੍ਰੀ ਅਕਾਲ ਜੀ। ਐਗਜ਼ਾਮ ਪਲੱਸ ਐਜੂਕੇਸ਼ਨ ਦੀ ਇਸ ਖਾਸ ਪੇਸ਼ਕਾਰੀ ਵਿੱਚ ਸਭ ਦਾ ਸਵਾਗਤ ਹੈ। ਅੱਜ ਅਸੀਂ ਇੱਕ ਬੜੇ ਹੀ ਮਜ਼ੇਦਾਰ ਤਰੀਕੇ ਨਾਲ ਬਿਲਕੁਲ MCQ ਸਟਾਈਲ ਵਿੱਚ ਗਿਆਨ ਨੂੰ ਪਰਖਣ ਵਾਲੇ ਹਾਂ। ਤਾਂ ਫਿਰ ਦੇਖੀਏ ਕਿ ਅੱਜ ਦੀਆਂ ਤਾਜ਼ਾ ਖਬਰਾਂ ਤੇ ਸਾਡੀ ਕਿੰਨੀ ਕੁ ਪਕੜ ਹੈ। ਆਓ ਇਸ ਕੁਇਜ਼ ਨਾਲ ਮਿਲ ਕੇ ਪਤਾ ਕਰਦੇ ਹਾਂ। ਸ਼ੁਰੂ ਕਰੀਏ। ਚਲੋ ਜੀ, ਫਿਰ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਰਾਊਂਡ ਫੋਕਸ ਕਰੇਗਾ ਭਾਰਤ ਤੇ ਦੁਨੀਆ ਦੀ ਸਟੇਜ ਤੇ ਉਸ ਦੀਆਂ ਹਾਲੀਆ ਸਰਗਰਮੀਆਂ ਤੇ। ਚਲੋ ਸ਼ੁਰੂਆਤ ਇੱਕ ਵੱਡੇ ਸਵਾਲ ਨਾਲ ਕਰਦੇ ਹਾਂ, ਇੱਕ ਬਹੁਤ ਹੀ ਅਹਿਮ ਸਵਾਲ। ਹਾਲ ਹੀ ਵਿੱਚ ਭਾਰਤ ਨੇ ਇੱਕ ਬਹੁਤ ਵੱਡੀ ਸੰਸਥਾ ਨਾਲ ਇੱਕ ਇਤਿਹਾਸਿਕ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਹੈ। ਕੀ ਕਿਸੇ ਨੂੰ ਅੰਦਾਜ਼ਾ ਹੈ ਕਿ ਉਹ ਸੰਸਥਾ ਕਿਹੜੀ ਹੈ? ਇਸ ਦਾ ਸਹੀ ਜਵਾਬ ਹੈ ਯੂਰੋਪੀਅਨ ਯੂਨੀਅਨ, ਯਾਨੀ EU। ਜੇ ਇਹ ਜਵਾਬ ਸੋਚਿਆ ਸੀ ਤਾਂ ਬਿਲਕੁਲ ਸਹੀ। ਇਹ ਇੱਕ ਬਹੁਤ ਵੱਡੀ ਆਰਥਿਕ ਸਾਂਝੇਦਾਰੀ ਹੈ ਤੇ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗਾ। ਅੱਛਾ, ਜਦੋਂ ਗੱਲ ਅੰਤਰਰਾਸ਼ਟਰੀ ਸਾਂਝੇਦਾਰੀ ਦੀ ਹੋ ਹੀ ਰਹੀ ਹੈ ਤਾਂ ਇੱਕ ਹੋਰ ਸਵਾਲ ਇਸੇ ਵਿਸ਼ੇ ਤੇ। ਭਾਰਤ ਨੇ ਇੱਕ ਗਲੋਬਲ ਟ੍ਰੇਡ ਐਗਜ਼ੀਬਿਸ਼ਨ ਵਿੱਚ ਕੰਟਰੀ ਪਾਰਟਨਰ ਵਜੋਂ ਹਿੱਸਾ ਲਿਆ। ਉਹ ਕਿਹੜੀ ਸੀ? ਤੇ ਇਸ ਦਾ ਜਵਾਬ ਹੈ ਗਲਫੂਡ 2026। ਤੇ ਹਾਂ, ਇਹ ਕੋਈ ਛੋਟੀ-ਮੋਟੀ ਪ੍ਰਦਰਸ਼ਨੀ ਨਹੀਂ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਸਾਲਾਨਾ ਫੂਡ ਐਂਡ ਬੈਵਰੇਜ ਟ੍ਰੇਡ ਐਗਜ਼ੀਬਿਸ਼ਨ ਹੈ। ਸੋਚੋ, ਭਾਰਤੀ ਉਤਪਾਦਾਂ ਲਈ ਕਿੰਨਾ ਵੱਡਾ ਮੌਕਾ ਹੈ ਇਹ। ਠੀਕ ਹੈ, ਵਪਾਰ ਤੋਂ ਹੁਣ ਥੋੜਾ ਜਿਹਾ ਰੱਖਿਆ ਖੇਤਰ ਵੱਲ ਚੱਲਦੇ ਹਾਂ। ਸਵਾਲ ਇਹ ਹੈ ਕਿ ਭਾਰਤੀ ਜਲ ਸੈਨਾ ਦੇ ਪਹਿਲੇ ਟ੍ਰੇਨਿੰਗ ਸਕੁਐਡਰਨ ਨੇ ਹਾਲ ਹੀ ਵਿੱਚ ਕਿੱਥੇ ਪੋਰਟ ਕਾਲ ਕੀਤੀ? ਕੋਈ ਅੰਦਾਜ਼ਾ ਹੈ? ਇਸ ਦਾ ਜਵਾਬ ਹੈ ਫੂਕੇਤ, ਥਾਈਲੈਂਡ। ਪਰ ਰੁਕੋ, ਇਹ ਸਿਰਫ ਇੱਕ ਆਮ ਦੌਰਾ ਨਹੀਂ ਸੀ। ਇਹ ਅਸਲ ਵਿੱਚ ਆਸੀਆਨ ਭਾਰਤ ਸਮੁੰਦਰੀ ਸਹਿਯੋਗ ਸਾਲ 2026 ਦਾ ਹਿੱਸਾ ਸੀ। ਇਹ ਦਰਸਾਉਂਦਾ ਹੈ ਕਿ ਇਸ ਖੇਤਰ ਵਿੱਚ ਭਾਰਤ ਦੇ ਰਣਨੀਤਿਕ ਸਬੰਧ ਕਿੰਨੇ ਮਜ਼ਬੂਤ ਹੋ ਰਹੇ ਨੇ। ਵਾਹ, ਪਹਿਲਾ ਦੌਰ ਤਾਂ ਬਹੁਤ ਵਧੀਆ ਨਿਕਲਿਆ। ਚਲੋ ਹੁਣ ਵਾਰੀ ਹੈ ਦੂਜੇ ਦੌਰ ਦੀ। ਇਸ ਵਿੱਚ ਅਸੀਂ ਦੇਸ਼ ਦੇ ਅੰਦਰ ਦੀਆਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਫਿਰ ਸ਼ੁਰੂ ਕਰੀਏ। 77ਵੇਂ ਗਣਤੰਤਰ ਦਿਵਸ ਦੀ ਪਰੇਡ ਇਸ ਵਾਰ ਕਈ ਮਾਇਨਿਆਂ ਵਿੱਚ ਖਾਸ ਸੀ। ਕਈ ਚੀਜ਼ਾਂ ਪਹਿਲੀ ਵਾਰ ਹੋਈਆਂ। ਉਹਨਾਂ ਵਿੱਚੋਂ ਇੱਕ ਸੀ DRDO ਦਾ ਬਿਲਕੁਲ ਨਵਾਂ ਰਾਕੇਟ ਲਾਂਚਰ ਸਿਸਟਮ। ਕੀ ਕਿਸੇ ਨੂੰ ਇਸ ਦਾ ਨਾਮ ਪਤਾ ਹੈ? ਹਾਂ, ਮੰਨਦਿਆਂ ਇਹ ਥੋੜਾ ਔਖਾ ਹੋ ਸਕਦਾ ਹੈ। ਇਸ ਦਾ ਨਾਮ ਹੈ ਸੂਰਿਆਸਤਰ। ਇਹ ਨਾਮ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਭਾਰਤ ਦੀ ਆਪਣੀ ਯਾਨੀ ਕਿ ਸਵਦੇਸ਼ੀ ਰੱਖਿਆ ਤਾਕਤ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਇਹ ਦੇਸ਼ ਦੀ ਸੁਰੱਖਿਆ ਨੂੰ ਹੋਰ ਵੀ ਮਜ਼ਬੂਤ ਕਰੇਗਾ। ਪਰ ਗੱਲ ਸਿਰਫ ਸੂਰਿਆਸਤਰ ਤੇ ਹੀ ਖਤਮ ਨਹੀਂ ਹੋ ਜਾਂਦੀ। ਪਰੇਡ ਵਿੱਚ ਹੋਰ ਵੀ ਬਹੁਤ ਕੁਝ ਦੇਖਣ ਵਾਲਾ ਸੀ। ਦੇਖੋ, ਸੰਸਕ੍ਰਿਤੀ ਮੰਤਰਾਲੇ ਦੀ ਚਾਕੀ ਨੇ ਵੰਦੇ ਮਾਤਰਮ ਦੇ 150 ਸਾਲ ਮਨਾਏ। ਕੇਰਲ ਨੇ ਆਪਣੀ 100% ਡਿਜੀਟਲ ਸਾਖਰਤਾ ਅਤੇ ਗ੍ਰੀਨ ਮੋਬਿਲਿਟੀ ਦਾ ਪ੍ਰਦਰਸ਼ਨ ਕੀਤਾ। ਤੇ ਇੱਕ ਹੋਰ ਵੱਡੀ ਗੱਲ, ਯੂਰੋਪੀਅਨ ਯੂਨੀਅਨ ਨੇ ਪਹਿਲੀ ਵਾਰ ਹਿੱਸਾ ਲਿਆ। ਸੱਚਮੁੱਚ ਇਹ ਸਾਰੇ ਯਾਦਗਾਰੀ ਪਲ ਸਨ। ਚਲੋ ਜੀ, ਹੁਣ ਪਰੇਡ ਦੇ ਸ਼ੋਰ ਸ਼ਰਾਬੇ ਤੋਂ ਥੋੜਾ ਦੂਰ ਚੱਲਦੇ ਹਾਂ, ਕੁਦਰਤ ਦੀ ਸ਼ਾਂਤ ਗੋਦ ਵਿੱਚ। ਖਬਰ ਇਹ ਹੈ ਕਿ ਵਿਗਿਆਨੀਆਂ ਨੇ ਭਾਰਤੀ ਹਿਮਾਲਿਆ ਵਿੱਚ ਇੱਕ ਨਵੀਂ ਪ੍ਰਜਾਤੀ ਲੱਭੀ ਹੈ ਜਿਸ ਦਾ ਨਾਮ ਹੈ, ਧਿਆਨ ਨਾਲ ਸੁਣਨਾ, ਹੇਮੀਲਿਊਸੀਨਮ ਇੰਡਿਕਮ। ਤਾਂ ਸਵਾਲ ਇਹ ਹੈ ਕਿ ਇਹ ਅਸਲ ਵਿੱਚ ਹੈ ਕੀ? ਇਹ ਹੈ ਇੱਕ ਮਸ਼ਰੂਮ। ਹਾਂ, ਇੱਕ ਖੁੰਭ। ਸੋਚੋ, ਹਿਮਾਲਿਆ ਦੀ ਅਮੀਰ ਜੈਵਿਕ ਵਿਭਿੰਨਤਾ ਵਿੱਚ ਇੱਕ ਹੋਰ ਕਿੰਨਾ ਦਿਲਚਸਪ ਵਾਧਾ ਹੋਇਆ ਹੈ। ਇਹੋ ਜਿਹੀਆਂ ਖੋਜਾਂ ਸਾਨੂੰ ਯਾਦ ਦਿਵਾਉਂਦੀਆਂ ਨੇ ਕਿ ਕੁਦਰਤ ਦੇ ਖਜ਼ਾਨੇ ਵਿੱਚ ਅਜੇ ਵੀ ਕਿੰਨੇ ਹੀ ਰਾਜ਼ ਛੁਪੇ ਹੋਏ ਨੇ। ਕੁਦਰਤੀ ਗੱਲ ਨੂੰ ਅੱਗੇ ਤੋੜਦੇ ਹਾਂ, ਪਰ ਹੁਣ ਇੱਕ ਥੋੜਾ ਗੰਭੀਰ ਮੁੱਦਾ। ਇੱਕ ਜੀਵ ਹੈ, ਪਿਗਮੀ ਹੌਗ। ਇਸ ਦੀ IUCN ਰੈੱਡ ਲਿਸਟ ਵਿੱਚ ਕੀ ਸਥਿਤੀ ਹੈ? ਇਹ ਸਾਡੇ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਜੁੜਿਆ ਇੱਕ ਬਹੁਤ ਹੀ ਜ਼ਰੂਰੀ ਸਵਾਲ ਹੈ। ਅਤੇ ਇਸ ਦਾ ਜਵਾਬ ਬਹੁਤ ਚਿੰਤਾਜਨਕ ਹੈ। ਗੰਭੀਰ ਤੌਰ ਤੇ ਖਤਰੇ ਵਿੱਚ, ਯਾਨੀ ਕਿ ਕ੍ਰਿਟੀਕਲੀ ਇੰਡੇਂਜਰਡ। ਇਹ ਸਥਿਤੀ ਸੱਚਮੁੱਚ ਇੱਕ ਖਤਰੇ ਦੀ ਘੰਟੀ ਹੈ ਜੋ ਸਾਨੂੰ ਸਾਰਿਆਂ ਨੂੰ ਯਾਦ ਦਿਲਵਾਉਂਦੀ ਹੈ ਕਿ ਇਸ ਅਨਮੋਲ ਨਸਲੀ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਕਿੰਨੀ ਜ਼ਿਆਦਾ ਲੋੜ ਹੈ। ਚਲੋ ਹੁਣ ਕੁਦਰਤ ਤੋਂ ਹਿੰਮਤ ਅਤੇ ਬਹਾਦਰੀ ਦੀਆਂ ਗੱਲਾਂ ਵੱਲ ਵਧਦੇ ਹਾਂ। ਇਸ ਦੌਰ ਦਾ ਆਖਰੀ ਸਵਾਲ ਹੈ, ਭਾਰਤ ਦਾ ਸਭ ਤੋਂ ਉੱਚਾ ਸ਼ਾਂਤੀਕਾਲੀਨ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਇਸ ਵਾਰ ਕਿਸ ਨੂੰ ਦਿੱਤਾ ਗਿਆ? ਇਹ ਸੱਚਮੁੱਚ ਇੱਕ ਬਹੁਤ ਹੀ ਵਕਾਰੀ ਸਨਮਾਨ ਹੈ। ਇਹ ਮਾਣ ਮਿਲਿਆ ਹੈ ਸ਼ੁਭਾਂਸ਼ੂ ਸ਼ੁਕਲਾ ਨੂੰ। ਉਹਨਾਂ ਦੀ ਅਸਾਧਾਰਣ ਬਹਾਦਰੀ ਅਤੇ ਆਪਣੇ ਫਰਜ਼ ਪ੍ਰਤੀ ਸਮਰਪਣ ਨੂੰ ਇੱਕ ਸਲਾਮ ਹੈ ਇਹ। ਬਹੁਤ ਵਧੀਆ, 2 ਰਾਊਂਡ ਪੂਰੇ ਹੋ ਗਏ। ਹੁਣ ਵਾਰੀ ਹੈ ਸਾਡੇ ਆਖਰੀ ਅਤੇ ਤੀਜੇ ਦੌਰ ਦੀ।
ਇਹ ਇੱਕ ਤੇਜ਼ ਰਫ਼ਤਾਰ ਰਾਊਂਡ ਹੋਣ ਵਾਲਾ ਹੈ ਜਿਸ ਵਿੱਚ ਅਸੀਂ ਕੁਝ ਹੋਰ ਅਹਿਮ ਅੰਤਰਰਾਸ਼ਟਰੀ ਖਬਰਾਂ ਤੇ ਝਾਤ ਮਾਰਾਂਗੇ। ਤਾਂ ਫਿਰ ਚਲੋ ਸ਼ੁਰੂ ਕਰੀਏ। ਅੱਜ ਦੇ ਡਿਜੀਟਲ ਜ਼ਮਾਨੇ ਵਿੱਚ ਸਾਡਾ ਸਾਰਿਆਂ ਦਾ ਡੇਟਾ ਬਹੁਤ ਕੀਮਤੀ ਹੈ ਨਾ? ਤਾਂ ਇਸੇ ਨਾਲ ਜੁੜਿਆ ਸਵਾਲ ਹੈ, ਅੰਤਰਰਾਸ਼ਟਰੀ ਡੇਟਾ ਗੋਪਨੀਯਤਾ ਦਿਵਸ ਯਾਨੀ ਇੰਟਰਨੈਸ਼ਨਲ ਡੇਟਾ ਪ੍ਰਾਈਵੇਸੀ ਡੇ ਹਰ ਸਾਲ ਕਿਸ ਦਿਨ ਮਨਾਇਆ ਜਾਂਦਾ ਹੈ? ਇਹ ਦਿਨ ਹਰ ਸਾਲ 28 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਇਸ ਦਾ ਮਕਸਦ ਸਿਰਫ ਇੱਕ ਤਾਰੀਖ ਯਾਦ ਰੱਖਣਾ ਨਹੀਂ ਹੈ, ਬਲਕਿ ਇਹ ਸਾਨੂੰ ਸਾਰਿਆਂ ਨੂੰ ਯਾਦ ਦਿਲਵਾਉਂਦਾ ਹੈ ਕਿ ਆਪਣੇ ਨਿੱਜੀ ਡੇਟਾ ਦੀ ਸੁਰੱਖਿਆ ਕਰਨਾ ਕਿੰਨਾ ਜ਼ਰੂਰੀ ਹੈ। ਸੱਚ ਕਹਾਂ ਤਾਂ ਅੱਜ ਦੇ ਸਮੇਂ ਦੀ ਇਸ ਸਭ ਤੋਂ ਵੱਡੀ ਲੋੜਾਂ ਵਿੱਚੋਂ ਇੱਕ ਹੈ। ਤਾਂ ਤਿੰਨੋਂ ਦੌਰ ਖਤਮ ਹੋ ਗਏ। ਹੁਣ ਸਮਾਂ ਹੈ ਇੱਕ ਵਾਰ ਫਿਰ ਸਾਰੀਆਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਨ ਦਾ। ਇਸ ਨੂੰ ਇੱਕ ਤਰ੍ਹਾਂ ਦਾ ਫਾਈਨਲ ਸਕੋਰ ਕਾਰਡ ਸਮਝੋ, ਜਿਸ ਵਿੱਚੋਂ ਸਾਰੀਆਂ ਗੱਲਾਂ ਨੇ ਜੋ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ। ਤਾਂ ਆਓ ਇੱਕ ਤੇਜ਼ ਨਜ਼ਰ ਮਾਰੀਏ 29 ਜਨਵਰੀ ਦੀਆਂ ਸਭ ਤੋਂ ਵੱਡੀਆਂ ਖਬਰਾਂ ਤੇ। ਪਹਿਲਾਂ ਭਾਰਤ ਦਾ ਯੂਰੋਪੀਅਨ ਯੂਨੀਅਨ ਨਾਲ ਹੋ ਇਤਿਹਾਸਿਕ ਵਪਾਰ ਸਮਝੌਤਾ। ਫਿਰ ਗਣਤੰਤਰ ਦਿਵਸ ਪਰੇਡ ਤੇ ਸੂਰਿਆ ਅਸਤਰ ਰਾਕੇਟ ਸਿਸਟਮ ਦਾ ਡੈਬਿਊ। ਹਿਮਾਲਿਆ ਵਿੱਚ ਇੱਕ ਨਵੀਂ ਮਸ਼ਰੂਮ ਪ੍ਰਜਾਤੀ ਦੀ ਖੋਜ। ਪਿਗਮੀ ਹੌਕ ਦੀ ਗੰਭੀਰ ਸਥਿਤੀ ਜੋ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਅਤੇ ਹਾਂ, ਇਹ ਵੀ ਕਿ 2026 ਆਸੀਆਨ ਭਾਰਤ ਸਮੁੰਦਰੀ ਸਹਿਯੋਗ ਸਾਲ ਹੈ। ਇਹ ਸਾਰੀਆਂ ਗੱਲਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ। ਦੇਖੋ, ਇਹ ਤਾਂ ਸਨ ਸਿਰਫ ਇੱਕ ਦਿਨ ਦੀਆਂ ਖਬਰਾਂ, ਪਰ ਇੱਕ ਸਵਾਲ ਸੋਚਣ ਵਾਲਾ ਹੈ। ਇਨ੍ਹਾਂ ਸਾਰੀਆਂ ਖਬਰਾਂ ਵਿੱਚੋਂ ਕਿਹੜੀ ਖਬਰ ਦਾ ਅਸਰ ਸਾਲ ਦੇ ਅੰਤ ਤੱਕ ਸਭ ਤੋਂ ਵੱਡਾ ਅਤੇ ਸਭ ਤੋਂ ਡੂੰਘਾ ਹੋਵੇਗਾ? ਕੀ ਉਹ ਯੂਰਪੀਅਨ ਯੂਨੀਅਨ ਵਾਲਾ ਵਪਾਰ ਸਮਝੌਤਾ ਹੋਵੇਗਾ ਜਾਂ ਸ਼ਾਇਦ ਕੋਈ ਹੋਰ ਘਟਨਾ? ਇਸ ਤੇ ਜ਼ਰੂਰ ਸੋਚ ਵਿਚਾਰ ਕਰਨਾ। ਅੱਜ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਜਲਦੀ ਹੀ ਫਿਰ ਮਿਲਾਂਗੇ ਨਵੀਆਂ ਖਬਰਾਂ ਅਤੇ ਨਵੀਆਂ ਚੁਣੌਤੀਆਂ ਨਾਲ।